जो सिनेरियो आजकल चल रहा है, क्या जा रहा भी मैडिकल एजुकेशन बहुत महंगा हो गया भी क्या ਤੁਸੀਂ ਡਾਕਟਰ ਬਣ ਪਾਉਂਦੇ ਜੇ ਅੱਜ ਦਾ ਸਟੇਟਸ ਹੁੰਦਾ ਤੇ ਪ੍ਰਾਈਵੇਟ ਦੀ ਦਾ ਤਾਂ ਕੋਈ ਮੁਕਾਬਲਾ ਹੀ ਨਹੀਂ ਹੈ, ਬਹੁਤ ਜ਼ਿਆਦਾ ਵੱਧ ਗਿਆ ਲੇਕਿਨ ਈਵਨ ਸਰਕਾਰੀ 'ਚ ਵੀ ਰੇਟ ਇੰਨੇ ਵੱਧ ਗਏ ਕਿ ਆਮ ਬੰਦਾ ਲੋ ਮਿਡਲ ਕਲਾਸ ਜਿਹਨੂੰ ਅਸੀਂ ਕਹਿੰਦੇ ਹਾਂ ਲਾਈਕ ਲੋ ਸੋਸ਼ੋ ਇਕਨੋਮਿਕ ਸਟੇਟਸ ਵਾਲਾ ਬੰਦਾ ਸ਼ਾਇਦ ਡਾਕਟਰ ਬਣਾਉਣਾ ਬਹੁਤ ਮੁਸ਼ਕਿਲ ਹੈ। ਅਨੈਸਥੀਸੀਆ ਸੁਣ ਕੇ ਆਉਂਦਾ ਸੀ ਲੋਕਾਂ ਦੇ ਦਿਮਾਗ 'ਚ ਆ ਜਾਂਦਾ ਵੀ ਬੇਹੋਸ਼ੀ ਵਾਲੇ ਡਾਕਟਰ ਵੀ ਕਿਆ ਹੁਣ ਵਾਕਈ ਸਿਰਫ ਇੱਕੋ ਹੀ ਫੀਲਡ ਹੈ ਬੇਹੋਸ਼ੀ ਵਾਲੇ ਡਾਕਟਰ ਜਾਂ ਬਹੁਤ ਸਾਰੇ ਪੋਇਜ਼ਨਿੰਗ ਕੇਸ ਜਾਂ ਇਹਦੀ ਇਮੇਜ ਹੁਣ ਬਦਲ ਗਈ ਹੈ? ਜਿਹੜਾ ਕਿ ਪੇਨ ਦਾ ਪੇਸ਼ੈਂਟ ਆਰਥੋਪੈਡਿਸ਼ੀਅਨਸ ਕੋਲ ਨਿਊਰੋਲੋਜਿਸਟ ਕੋਲ ਜਨਰਲ ਫਿਜ਼ੀਸ਼ੀਅਨ ਕੋਲ ਨਹੀਂ ਠੀਕ ਹੁੰਦਾ ਉਹ ਪੇਸ਼ੈਂਟ ਸਾਨੂੰ ਭੇਜਦੇ ਹੈ ਕਿ ਡਾਕਟਰ ਸਾਹਿਬ ਇਹਨੂੰ ਕੋਈ ਐਨਲਜੈਸਿਕ ਜਾਂ ਕੋਈ ਵੀ ਦਵਾਈ ਕਾਮਯਾਬ ਨਹੀਂ ਹੈ ਤੇ ਇਹਨੂੰ ਇੰਨੀ ਜ਼ਿਆਦਾ ਪੇਨ ਹੈ ਕਿ ਹੀ ਵਾਂਟਸ ਟੂ ਡੂ ਸੁਸਾਈਡ ਕਰਨਾ ਚਾਹੁੰਦਾ, ਇੰਨੀ ਪੇਨ ਹੈ। ਇੰਨੀ ਜਰਨੀ ਤੁਸੀਂ ਮਤਲਬ ਕਿੰਨੀ ਸਟਰਗਲ ਕਰਨੀ ਪਈ ਹੈ ਤੁਹਾਨੂੰ? ਸਟਰਗਲ ਕਰਨੀ ਪਈ ਪਿਛਲੇ 25-30 ਸਾਲ ਤੋਂ ਅਸੀਂ ਇਸ ਕੰਮ 'ਚ ਹੈਗੇ ਹਾਂ ਔਰ ਬਹੁਤ ਸਾਰੇ ਪੜਾਅ ਦੇਖੇ, ਬੜੇ ਸਾਰੇ ਹਸਪੀਟਲਸ 'ਚ ਕੰਮ ਕੀਤਾ, ਮੈਡੀਕਲ ਕਾਲਜ ਕੰਮ ਕੀਤਾ, ਬਚਪਨ 'ਚ ਪੜ੍ਹਾਈਆਂ ਕੀਤੀਆਂ ਲੇਕਿਨ ਹੁਣ ਆ ਕੇ ਸਾਨੂੰ ਲੱਗਦਾ ਹੈ ਕਿ ਇਹ ਜਰਨੀ ਜਿਹੜੀ ਹੈ ਅਨਸਟੇਬਲ ਹੋ ਗਈ ਹੈ ਔਰ ਅਸੀਂ ਇਹਨੂੰ ਸਟੇਬਿਲਿਟੀ ਤੱਕ ਲੈ ਆਏ ਹਾਂ। ਦਰਸ਼ਕ ਤੁਸੀਂ ਡਾਕਟਰ ਤੇ ਹੋ, ਇੱਕ ਤੁਸੀਂ ਐਕਟਰ ਵੀ ਹੋ, ਤੁਸੀਂ ਪਿਕਚਰ 'ਚ ਮੈਂ ਦੇਖਿਆ ਸੀ ਤੁਸੀਂ ਰੋਲ ਪਲੇ ਕੀਤਾ ਸੀਗਾ ਵੀ ਉਹ ਇਨਸੀਡੈਂਟਲੀ ਹੋ ਗਿਆ ਜਾਂ ਵਾਕਈ ਸ਼ੌਕ ਸੀਗਾ ਤੁਹਾਨੂੰ? ਨਹੀਂ, ਉਹ ਇਨਸੀਡੈਂਟ ਬੀਨੂ ਢਿੱਲੋਂ ਜੀ ਸਾਡੇ ਦੋਸਤ ਹੈਗੇ ਸੀ ਤੇ ਬੀਨੂ ਢਿੱਲੋਂ ਨੇ ਸਾਨੂੰ ਕਿਹਾ, ਇਟ ਵਾਸ ਨਾਟ ਅ ਰਿਕੁਐਸਟ, ਉਹਨੇ ਕਿਹਾ ਕਿ ਡਾਕਟਰ ਸਾਹਿਬ ਤੁਸੀਂ ਕਰ ਸਕਦੇ ਹੋ ਇਹ ਰੋਲ, ਛੋਟਾ ਜਿਹਾ ਰੋਲ ਹੈ, ਮੇਰੀ ਪਿਕਚਰ ਹੈ ਟੌਰ ਮਿੱਤਰਾਂ ਦੀ, ਅਗਰ ਤੁਸੀਂ ਕਰ ਲਓ ਤੇ ਮੈਂ ਇਮੀਡੀਏਟਲੀ ਯੈਸ ਕਰਤੀ। ਨਮਸਕਾਰ, ਸਾਡੇ ਵਿਸ਼ੇਸ਼ ਪ੍ਰੋਗਰਾਮ ਸ਼ਖਸੀਅਤ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਤੁਹਾਡੀ ਅਸੀਂ ਮੁਲਾਕਾਤ ਕਰਾਵਾਂਗੇ ਸ਼ਹਿਰ ਦੇ ਜਾਣੇ ਮਾਣੇ ਡਾਕਟਰ ਤੇ ਤੁਸੀਂ ਇਹਨਾਂ ਦੀ ਖੂਬੀ ਹੋਰ ਜਾਣ ਕੇ ਹੈਰਾਨ ਹੋਵੋਗੇ। ਇਹ ਡਾਕਟਰ ਦੇ ਨਾਲ ਐਕਟਰ ਵੀ ਨੇ ਤੇ ਕਰੋਨਾ ਦੇ ਵਿੱਚ ਇਹਨਾਂ ਨੇ ਜਿੰਨਾ ਕੰਮ ਕੀਤਾ ਹੈ ਉਹ ਕਾਬਿਲੇ ਤਾਰੀਫ ਹੈ ਕਿਉਂਕਿ ਇੱਕ ਵਾਰੀ ਫਿਰ ਕਰੋਨਾ ਦੀ ਗੱਲ ਕੀਤੀ ਜਾ ਰਹੀ ਹੈ। ਕਰੋਨਾ ਹੈ ਜਾਂ ਨਹੀਂ ਹੈ, ਸਾਨੂੰ ਡਰਨ ਦੀ ਲੋੜ ਹੈ ਜਾਂ ਨਹੀਂ ਲੋੜ, ਜਾਂ ਇਹਦੇ ਤੇ ਕੀ ਇਹਤਿਆਤ ਰੱਖਣੇ ਹੈ, ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਅੱਜ ਦੇ ਸਾਡੇ ਮਹਿਮਾਨ ਨੇ ਡਾਕਟਰ ਜਤਿੰਦਰ ਮਲਹੋਤਰਾ। ਡਾਕਟਰ ਨਮਸਕਾਰ ਜੀ। ਨਮਸਕਾਰ ਭੰਡਾਰੀ ਸਾਹਿਬ, ਥੈਂਕ ਯੂ ਵੈਰੀ ਮਚ। ਡਾਕਟਰ ਸਾਹਿਬ, ਕਰੋਨਾ ਇੱਕ ਵਾਰੀ ਫੇਰ ਬੜਾ ਰੌਲਾ ਪੈ ਗਿਆ ਜੀ, ਡਰਾਉਣ ਲੱਗ ਗਿਆ ਸੀ ਲੋਕਾਂ ਨੂੰ ਵੀ ਕੁਝ ਦਿਨ ਪਹਿਲੇ ਤੇ ਹੁਣ ਤਾਂ ਫਿਰ ਖਬਰਾਂ ਘਟੀਆਂ ਕਿਉਂਕਿ ਤੁਸੀਂ ਡਾਕਟਰ ਸਾਹਿਬ ਕਰੋਨਾ ਜਦੋਂ ਆਇਆ ਸੀਗਾ ਤੁਹਾਡੇ ਹਸਪੀਟਲ 'ਚ, ਕੋਆਪਰੇਟ ਹਸਪੀਟਲ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਇਲਾਜ ਕੀਤਾ ਤੇ ਹੁਣ ਕਿਆ ਲੋਕਾਂ ਨੂੰ ਕਰੋਨਾ ਤੋਂ ਡਰਨ ਦੀ ਲੋੜ ਹੈ ਜਾਂ ਫਿਰ ਵੈਸੀ ਸਟੇਜ ਆਏਗੀ ਜਿਸ ਤਰ੍ਹਾਂ ਕਿ ਕਿਹਾ ਜਾ ਰਿਹਾ ਵੀ ਇਸ ਵੇਲੇ ਫਿਰ ਬਹੁਤ ਖਤਰਨਾਕ ਵੇਰੀਐਂਟ ਜਿਹੜਾ ਹੈ ਉਹ ਚੀਨ ਦੇ ਵਿੱਚ ਆ ਗਿਆ? ਜਿਸ ਤਰ੍ਹਾਂ ਟੀਵੀ ਤੋਂ ਜਾਂ ਨਿਊਜ਼ ਤੋਂ ਸਾਨੂੰ ਵੀ ਪਤਾ ਲੱਗ ਰਿਹਾ ਹੈ ਕਿ ਚੀਨ ਦੇ ਵਿੱਚ ਕੋਈ ਐਸਾ ਵੇਰੀਐਂਟ ਆਇਆ ਹੈ, ਉਹ ਵੇਰੀਐਂਟ ਦੇ ਤਰ੍ਹਾਂ ਦੇ ਨਾਮ ਆ ਰਹੇ ਹੈ ਲੇਕਿਨ ਹਜੇ ਇੰਡੀਆ 'ਚ ਉਹਨੇ ਦਸਤਕ ਦਿੱਤੀ ਨਹੀਂ ਹੈ। ਕੁਝ ਪੇਸ਼ੈਂਟਸ ਆਏ ਹੈ, ਪਿਛਲੇ ਕੁਝ ਹਫ਼ਤੇ ਪਹਿਲੇ 2 ਪੇਸ਼ੈਂਟਸ ਅੰਮ੍ਰਿਤਸਰ 'ਚ ਵੀ ਆਏ ਸੀ ਲੇਕਿਨ ਉਹ ਮਾਈਲਡ ਵੇਰੀਐਂਟ ਵਾਲੇ ਪੇਸ਼ੈਂਟਸ ਹੈਗੇ ਸੀ, ਨਜ਼ਲਾ ਜ਼ੁਕਾਮ। ਦੇਖੋ ਜੜੋਂ ਤੇ ਤੁਸੀਂ ਉਹਨੂੰ ਮੁਕਾ ਨਹੀਂ ਸਕਦੇ। ਹੁਣ ਜਿਹੜਾ ਇੱਕ ਵਾਰੀ ਆਰਗੇਨਿਜ਼ਮ ਜਿਹੜਾ ਵਾਇਰਸ ਆਲਰੇਡੀ ਐਗਜ਼ਿਸਟ ਕਰ ਗਿਆ ਔਰ ਆ ਗਿਆ, ਉਹਨੂੰ ਤੁਸੀਂ ਜੜੋਂ ਤੇ ਮੁਕਾ ਨਹੀਂ ਸਕਦੇ। ਹਾਂ, ਲੇਕਿਨ ਇਹ ਜ਼ਰੂਰ ਹੈ ਕਿ ਅਸੀਂ ਜਿੰਨੇ ਕੁ ਉਪਰਾਲੇ ਕਰ ਸਕਦੇ ਹਾਂ, ਸਭ ਤੋਂ ਪਹਿਲਾ ਉਪਰਾਲਾ ਤੇ ਸਾਡੀ ਸਰਕਾਰ ਨੇ ਜੋ ਕੀਤਾ ਕਿ 3 ਇਮਿਊਨਾਈਜੇਸ਼ਨ ਤੇ ਚੌਥੀ ਸ਼ਾਇਦ ਡੋਜ਼ਿਸ ਵੀ ਬੂਸਟਰ ਡੋਜ਼ ਵੀ ਲੱਗੇਗੀ। ਇਹ ਬੂਸਟਰ ਡੋਜ਼ਿਸ ਨਾਲ ਸਾਡੀ ਆਪਣੀ ਇਮਿਊਨਿਟੀ ਇੰਨੀ ਇਨਕਰੀਜ਼ ਕਰਤੀ ਕਿ ਜਦੋਂ ਵੀ ਸਾਨੂੰ ਵਾਇਰਸ ਹੋ ਸਾਨੂੰ ਅਟੈਕ ਕਰੇਗਾ ਤੇ ਸਾਨੂੰ ਉਹ ਵਾਲੇ ਸਿੰਪਟਮਸ, ਮੋਰਟੈਲਿਟੀ, ਮੋਰਬਿਡਿਟੀ ਉਨੀ ਨਹੀਂ ਹੋਏਗੀ। ਖਾਂਸੀ, ਬੁਖਾਰ, ਜ਼ੁਕਾਮ, ਹੁਣ ਜਿੱਦਾਂ ਇਨਫਲੂਐਂਜ਼ਾ ਦਾ ਵਾਇਰਸ ਹੈ ਆਲਰੇਡੀ ਘੁੰਮਦਾ ਪਿਆ, ਸਾਰੀ ਦੁਨੀਆ ਵਰਲਡ ਵਾਈਡ ਹੈਗਾ ਲੇਕਿਨ ਸਾਨੂੰ ਕੁਝ ਕਹਿੰਦਾ ਨਹੀਂ ਹੈ। ਜਦੋਂ ਵੀ ਜ਼ੁਕਾਮ ਲੱਗਦਾ ਹੈ ਜਾਂ ਵਾਇਰਸ ਸਾਡੇ ਅੰਦਰ ਜਾਂਦਾ ਹੈ, ਡਿਪੈਂਡਿੰਗ ਅਪੋਨ ਤੁਹਾਡੀ ਇਮਿਊਨਿਟੀ ਕਿੰਨੀ ਹੈ। ਜੇ ਤੁਹਾਡੀ ਇਮਿਊਨਿਟੀ ਅੱਛੀ ਹੈ, ਤੁਸੀਂ ਡਾਇਬਟਿਕ ਨਹੀਂ ਹੋ ਔਰ ਇਮਿਊਨਿਟੀ ਅੱਛੀ ਹੈ, ਤੁਹਾਡਾ ਖਾਣ ਪਾਨ ਸਭ ਠੀਕ ਹੈ ਔਰ ਤੁਹਾਨੂੰ ਥੋੜੀ ਬਹੁਤੀ ਖਾਂਸੀ ਜ਼ੁਕਾਮ ਤੋਂ ਬਾਅਦ ਉਹ ਆਟੋਮੈਟਿਕ ਠੀਕ ਹੋ ਜਾਂਦਾ, ਸ਼ਾਇਦ ਕੋਈ ਦਵਾਈ ਲੈਣ ਦੀ ਲੋੜ ਨਹੀਂ ਪੈਂਦੀ। ਤੇ ਜਿਨ੍ਹਾਂ ਦੀ ਇਮਿਊਨਿਟੀ ਮਾੜੀ ਹੈ ਉਹਨਾਂ ਨੂੰ ਥੋੜਾ ਜਿਹਾ ਹੋਰ ਅੱਗੇ ਚਲਾ ਜਾਂਦਾ ਕਿ ਬੁਖਾਰ ਹੋ ਜਾਏਗਾ ਜਾਂ ਕੋਈ ਹਸਪੀਟਲਾਈਜੇਸ਼ਨ 1-2 ਦਿਨ ਦੀ ਹੋਏਗੀ, ਉਹ ਠੀਕ ਹੋ ਜਾਏਗਾ। ਦਰਸ਼ਕ, ਜਿਵੇਂ ਕਰੋਨਾ ਨੇ ਲੋਕਾਂ ਨੂੰ ਬਹੁਤ ਕੁਝ ਸਿਖਾਇਆ, ਕਰੋਨਾ ਦੇ ਨਾਲ ਰਹਿਣਾ ਸਿੱਖ ਗਏ ਲੋਕ ਵੀ ਕਿਆ ਫਿਰ ਉਹਨਾਂ ਗਾਈਡਲਾਈਨਸ ਤੇ ਅਸੀਂ ਆਵਾਂਗੇ ਵੀ ਫਿਰ ਉਹ ਮਾਸਕ, ਸੋਸ਼ਲ ਡਿਸਟੈਂਸਿੰਗ ਜਾਂ ਜਿਹੜੀਆਂ ਹੋਰ ਗਾਈਡਲਾਈਨਸ ਸਰਕਾਰ ਦੱਸਦੀ ਹੈ? ਜਿਸ ਤਰ੍ਹਾਂ ਇਹ ਵਧੇਗਾ ਉਸ ਤਰ੍ਹਾਂ ਗਾਈਡਲਾਈਨਸ ਆਉਣਗੀਆਂ। ਮੈਂ 5-7 ਦਿਨ ਪਹਿਲੇ ਵੀ ਪ੍ਰੈਸ ਵਾਲੇ ਮੇਰੀ ਇਸੇ ਤਰ੍ਹਾਂ ਦੀ ਇੰਟਰਵਿਊ 'ਚ ਮੈਂ ਕਿਹਾ ਸੀ ਕਿ ਤੁਹਾਨੂੰ ਨਿਊ ਈਅਰ ਤੇ ਲੋਹੜੀ ਤੇ ਬਿਕੋਜ਼ ਬਹੁਤ ਸਾਰੇ ਤਿਉਹਾਰ ਲੰਘ ਵੀ ਗਏ ਔਰ ਬਹੁਤ ਸਾਰੇ ਤਿਉਹਾਰ ਅੱਗੇ ਆਉਣ ਵਾਲੇ ਵੀ ਹੈ ਜਿਹਦੇ 'ਚ ਬਹੁਤ ਸਾਰੀਆਂ ਗੈਦਰਿੰਗ ਵੀ ਹੁੰਦੀਆਂ ਔਰ ਉਹਦੇ ਸਾਨੂੰ ਥੋੜਾ ਜਿਹਾ ਧਿਆਨ ਰੱਖਣਾ ਪਏਗਾ। ਸਿਰਫ ਕੋਰੋਨਾ ਲਈ ਨਹੀਂ ਹੈ, ਅਦਰਵਾਈਜ਼ ਆਲਸੋ ਆਪਾਂ ਇੱਕ ਦੂਜੇ ਤੋਂ ਥੋੜਾ ਜਿਹਾ ਡਿਸਟੈਂਸ ਬਣਾ ਕੇ ਰੱਖੀਏ। ਹੈਂਡਸ਼ੇਕ ਤੋਂ ਬਾਅਦ ਅਸੀਂ ਆਪਣੇ ਹੱਥ ਧੋ ਲਈਏ ਜਾਂ ਸਨੀਜ਼ਿੰਗ ਅਸੀਂ ਕਿਸੇ ਕੱਪੜਾ ਲੈ ਕੇ ਆਪਣੇ ਮੂੰਹ ਅਗੇਰ ਕਰੀਏ। ਇਹ ਸਾਰੀਆਂ ਚੀਜ਼ਾਂ ਸਿਰਫ ਕੋਵਿਡ ਜਾਂ ਕਰੋਨਾ ਵਾਸਤੇ ਨਹੀਂ ਹੈ, ਇਹ ਸਾਰੀਆਂ ਚੀਜ਼ਾਂ ਹੋਰ ਬਿਮਾਰੀਆਂ ਵਾਸਤੇ ਜਿੱਦਾਂ ਟਿਊਬਰਕਲੋਸਿਸ ਹੈ, ਹੋਰ ਵੀ ਚੀਜ਼ਾਂ ਵਾਸਤੇ, ਯੂ ਨੈਵਰ ਨੋ ਕਿਹੜੇ ਪੇਸ਼ੈਂਟ ਨੂੰ ਕੀ ਬਿਮਾਰੀ ਹੈ, ਉਹਨਾਂ ਵਾਸਤੇ ਵੀ ਇਹਤਿਆਤ ਵਜੋਂ ਸਾਨੂੰ ਇਹ ਚੀਜ਼ਾਂ ਵਰਤਣੀਆਂ ਚਾਹੀਦੀਆਂ ਔਰ ਅਸੀਂ ਵਰਤਾਂਗੇ ਅੱਗੋਂ ਜਿੱਦਾਂ ਸਾਨੂੰ ਪਤਾ ਲੱਗੇਗਾ ਸਾਨੂੰ ਵਰਤਣੀਆਂ ਵੀ ਚਾਹੀਦੀਆਂ ਔਰ ਵਰਤਾਂਗੇ। ਡਾਕਟਰ ਸਾਹਿਬ, ਜਦੋਂ ਤੁਸੀਂ ਪੜ੍ਹਦੇ ਸੀਗੇ ਜੇ ਜੋ ਸਿਨੈਰੀਓ ਅੱਜ ਕੱਲ੍ਹ ਚੱਲ ਰਿਹਾ, ਕਿਹਾ ਜਾ ਰਿਹਾ ਵੀ ਮੈਡੀਕਲ ਐਜੂਕੇਸ਼ਨ ਬਹੁਤ ਮਹਿੰਗਾ ਹੋ ਗਿਆ ਵੀ ਕਿਆ ਤੁਸੀਂ
ਡਾਕਟਰ ਬਣ ਪਾਉਂਦੇ ਜੇ ਅੱਜ ਦਾ ਸਟੇਟਸ ਹੁੰਦਾ ਤੇ? ਬਿਲਕੁਲ ਭੰਡਾਰੀ ਸਾਹਿਬ, ਤੁਹਾਡੀ ਗੱਲ ਠੀਕ ਹੈ। ਅਸੀਂ ਕਦੀ ਵੀ ਡਾਕਟਰ ਨਾ ਬਣ ਪਾਉਂਦੇ, ਬਿਕੋਜ਼ ਜੋ ਅਸੀਂ ਫੀਸਾਂ ਦਿੱਤੀਆਂ ਹੋਈਆਂ, ਮੇਰਾ ਖਿਆਲ ਹੈ ਕਿ ਮੈਨੂੰ ਐਗਜ਼ੈਕਟਲੀ ਯਾਦ ਨਹੀਂ, ਅਸੀਂ ਅੰਮ੍ਰਿਤਸਰ GMC ਤੋਂ ਪੜ੍ਹੇ ਹਾਂ, 50 60 70 ਰੁਪਏ ਸ਼ਾਇਦ ਸਾਡੀ ਪਰ ਮੰਥ ਫੀਸ ਤੋਂ ਵੀ ਸ਼ਾਇਦ ਘੱਟ ਹੈਗੀ ਸੀ। ਸਾਨੂੰ ਜਦੋਂ ਟੋਟਲ 3 ਮਹੀਨੇ ਬਾਅਦ ਜਾਂ 6 ਮਹੀਨੇ ਬਾਅਦ 500 ਜਾਂ 600 ਰੁਪਏ ਦੇਣਾ ਪੈਂਦਾ ਸੀ, ਸਾਨੂੰ ਉਹ ਵੀ ਚੁੱਭਦਾ ਹੁੰਦਾ ਸੀ ਕਿ ਇੰਨੇ ਸਾਰੇ ਪੈਸੇ ਫੀਸ ਆ ਗਈ ਹੈ, ਕਿੱਦਾਂ ਦੇਵਾਂਗੇ। ਲੇਕਿਨ ਅੱਜ ਕੱਲ੍ਹ ਕੋਈ ਸ਼ੱਕ ਨਹੀਂ ਹੈ, ਮੈਡੀਕਲ ਐਜੂਕੇਸ਼ਨ ਸਿਸਟਮ ਕੋਈ ਐਸਾ ਬਣ ਗਿਆ ਹੈ ਕਿ ਇਹਦੇ 'ਚ ਈਵਨ ਸਰਕਾਰੀ ਹਸਪੀਟਲ 'ਚ ਵੀ ਫੀਸਾਂ, ਮੈਡੀਕਲ ਕਾਲਜ ਫੀਸਾਂ ਬਹੁਤ ਜ਼ਿਆਦਾ ਵੱਧ ਗਈਆਂ। ਪ੍ਰਾਈਵੇਟ ਦੀ ਤਾਂ ਕੋਈ ਮੁਕਾਬਲਾ ਹੀ ਨਹੀਂ ਹੈ, ਬਹੁਤ ਜ਼ਿਆਦਾ ਵੱਧ ਗਿਆ। ਲੇਕਿਨ ਈਵਨ ਸਰਕਾਰੀ 'ਚ ਵੀ ਰੇਟ ਇੰਨੇ ਵੱਧ ਗਏ ਕਿ ਆਮ ਬੰਦਾ, ਲੋ ਮਿਡਲ ਕਲਾਸ ਜਿਹਨੂੰ ਅਸੀਂ ਕਹਿੰਦੇ ਹਾਂ, ਲਾਈਕ ਲੋ ਸੋਸ਼ੋ ਇਕਨੋਮਿਕ ਸਟੇਟਸ ਵਾਲਾ ਬੰਦਾ, ਸ਼ਾਇਦ ਡਾਕਟਰ ਬਣਾਉਣਾ ਬਹੁਤ ਮੁਸ਼ਕਿਲ ਹੈ। ਡਾਕਟਰ ਸਾਹਿਬ, ਜਦੋਂ ਤੁਸੀਂ ਆਪਣੀ ਪੀਜੀ ਕੀਤੀ, ਤੁਸੀਂ ਐਨੈਸਥੀਸੀਆ 'ਚ ਪੀਜੀ ਕੀਤੀ ਹੈ, ਦੇਖੋ ਉਦੋਂ ਐਨੈਸਥੀਸੀਆ ਦਾ ਬਹੁਤ ਜ਼ਿਆਦਾ ਹੁਣ ਅੱਜ ਕੱਲ੍ਹ ਨਵਾਂ ਨਾਂ ਦਿੱਤਾ ਗਿਆ ਇਹਨੂੰ, ਕ੍ਰਿਟੀਕਲ ਕੇਅਰ ਸੈਂਟਰ ਦਾ। ਤੇ ਉਦੋਂ ਕਿਆ ਸੋਚ ਕੇ ਕੀਤੀ ਸੀ? ਮਤਲਬ ਵਾਕਈ ਸਮਝ ਲਿਆ ਸੀ ਵੀ ਇਹ ਬੜੀ ਇੱਕ ਐਸੀ ਬ੍ਰਾਂਚ ਹੈ ਜਿਹੜੀ ਕਿ ਦੂਸਰਿਆਂ ਨੂੰ ਹਟ ਕੇ? ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਉਦੋਂ ਜੇ ਜ਼ਮਾਨਾ ਆਇਆ ਨਹੀਂ ਸੀ ਕ੍ਰਿਟੀਕਲ ਕੇਅਰ ਦਾ, ਜਦੋਂ ਅਸੀਂ ਪੜ੍ਹੇ ਸੀ। ਲੇਕਿਨ ਇਹ ਕ੍ਰਿਟੀਕਲ ਕੇਅਰ ਦਾ ਨਾਮ ਅਸੀਂ ਹੀ ਲਿਆਂਦਾ, ਮਾਰਕੀਟ ਵਿੱਚ ਵੀ ਜਾਂ ਲੋਕਾਂ ਦੇ ਮੂੰਹ ਵਿੱਚ ਵੀ ਜਾਂ ਸਾਰਿਆਂ ਵਿੱਚ ਅਸੀਂ ਲਿਆਂਦਾ। ਬਿਕੋਜ਼ ਜਦੋਂ ਮੈਂ ਮੈਡੀਕਲ ਕਾਲਜ 'ਚ ਪੀਜੀ ਕਰ ਰਿਹਾ ਸੀ ਅੰਮ੍ਰਿਤਸਰ, ਤੇ ਉਦੋਂ ਜੇ ICU ਡਿਪਾਰਟਮੈਂਟ ਸੈਟਅਪ ਨਹੀਂ ਸੀ ਸਾਡੇ ਹੁੰਦਿਆਂ ਜਦੋਂ ਮੈਂ 2 ਸਾਲ ਬਾਅਦ, ਬਿਕੋਜ਼ ਮੈਂ 5 ਸਾਲ ਲਗਾਏ ਸੀ ਉੱਥੇ, ਪਹਿਲੇ ਮੈਂ ਡਿਪਲੋਮਾ 2 ਸਾਲ ਦਾ ਕੀਤਾ, ਫਿਰ 3 ਸਾਲ ਦੀ MD ਕੀਤੀ, ਤੇ 5 ਸਾਲਾਂ ਦੇ ਵਿੱਚ ਅਸੀਂ ICU ਡਿਪਾਰਟਮੈਂਟ ਪੂਰਾ ਉੱਥੇ ਬਣਾਤਾ ਸੀ, ਔਰ ਉੱਥੇ ਵੈਂਟੀਲੇਟਰਸ ਆ ਗਏ ਸੀ, ਮੋਨੀਟਰਸ ਆ ਗਏ ਸੀ। ਜਦੋਂ ਅਸੀਂ ਸਟਾਰਟ ਕੀਤਾ ਸੀ ਤਾਂ ਜੇ ਸਾਡੇ ਕੋਲ ਮੋਨੀਟਰਸ ਵੀ ਨਹੀਂ ਸੀ, ਅਸੀਂ ਪਲਸ ਪਕੜ ਕੇ ਹੀ ਸਾਰਾ ਕੁਝ ਕਰਦੇ ਸੀ। ਤੇ ਜਦੋਂ ਮੋਨੀਟਰਸ, ਵੈਂਟੀਲੇਟਰ ਸਭ ਕੁਝ ਆ ਗਏ, ਤੇ ਅਸੀਂ ਫਿਰ ਮੈਡੀਸਿਨ ਵੱਲੋਂ ਪੇਸ਼ੈਂਟਸ ਕੁਝ ਸਾਡੇ ਕੋਲ ਸ਼ਿਫਟ ਹੋਣੇ ਸ਼ੁਰੂ ਹੋ ਗਏ, ਜਿਨ੍ਹਾਂ ਨੂੰ ਵੈਂਟੀਲੇਟਰ, ਜਿਹੜੇ ਪਹਿਲੇ ਮਰ ਜਾਂਦੇ ਹੁੰਦੇ ਸੀ ਜਾਂ ਜਿਨ੍ਹਾਂ ਦਾ ਕੋਈ ਬਚਾਅ ਨਹੀਂ ਸੀ, ਕੋਈ ਪੋਇਜ਼ਨਿੰਗ ਹੈ ਜਾਂ ਕੋਈ ਟੈਟਨਸ ਹੈ ਜਾਂ ਕੋਈ ਇਹੋ ਜਿਹੇ ਪੇਸ਼ੈਂਟ ਸੀ ਜਿਨ੍ਹਾਂ ਨੂੰ ਕ੍ਰਿਟੀਕਲ ਕੇਅਰ ਦੀ ਲੋੜ ਸੀ, ਲੇਕਿਨ ਉਹ ਮੈਡੀਸਿਨ ਵਾਲੇ ਉਹਨੇ ਕ੍ਰਿਟੀਕਲ ਕੇਅਰ ਨਹੀਂ ਕਰ ਪਾਉਂਦੇ ਸੀ। ਫਿਰ ਉਹ ਡਿਪਾਰਟਮੈਂਟ ਮਰਜ ਹੋਇਆ, ਔਰ ਕ੍ਰਿਟੀਕਲ ਕੇਅਰ ਦੇ ਵਿੱਚ ਐਨੈਸਥੀਸੀਆ ਕਿਉਂ? ਐਨੈਸਥੀਸੀਆ ਇਸ ਕਰਕੇ ਬਿਕੋਜ਼ ਐਨੈਸਥੀਸੀਆ ਐਸੀ ਬ੍ਰਾਂਚ ਹੈ ਜਿਹਦੇ ਵਿੱਚ ਚੰਗਾ ਭਲਾ ਪੇਸ਼ੈਂਟ ਆਉਂਦਾ ਹੈ, ਅਸੀਂ ਉਹਨੂੰ ਬੇਹੋਸ਼ ਕਰਦੇ ਹਾਂ ਔਰ ਉਸ ਤੋਂ ਬਾਅਦ ਉਹਨੂੰ ਜਗਾਉਂਦੇ ਹਾਂ। ਤਾਂ ਸਾਨੂੰ ਉਹ ਜਿਹੜਾ 2 ਘੰਟੇ 6 ਘੰਟੇ ਅਸੀਂ ਉਹਨਾਂ ਨੂੰ ਐਨੈਸਥੀਸੀਆ ਦੇ ਕੇ ਰੱਖਦੇ ਹਾਂ, ਉਹਦੇ ਸਾਨੂੰ ਸਾਰੇ ਵਾਈਟਲਸ ਉਹਦੇ ਮੋਨੀਟਰਿੰਗ ਕਰਨੀ ਪੈਂਦੀ ਹੈ। ਉਹੀ ਚੀਜ਼ ਨੂੰ ਅਸੀਂ ICU ਦੇ ਸਿਕ ਪੇਸ਼ੈਂਟਸ ਵਿੱਚ ਵਰਤਿਆ ਕਿ ਉਹੀ ਜਿਹੜੇ 3 ਘੰਟੇ ਅਸੀਂ ਉਹ 3 ਘੰਟੇ ਦੀ ਜਗ੍ਹਾ ਅਸੀਂ ਉਹਨੂੰ 3 ਦਿਨ ਜਾਂ 30 ਦਿਨ ਤੱਕ ਅਸੀਂ ਉਹਨੂੰ ICU 'ਚ ਰੱਖ ਸਕੀਏ। ਉਸ ਤਰ੍ਹਾਂ ਦੀ ਇੰਟੈਂਸ ਮੋਨੀਟਰਿੰਗ ਜਿਹੜੀ ਅਸੀਂ ਉਹ 3 ਘੰਟੇ ਕਰਦੇ ਸੀ ਟੇਬਲ ਤੇ, ਆਪਰੇਸ਼ਨ ਟੇਬਲ ਤੇ, ਅਸੀਂ ਆਪਰੇਸ਼ਨ ਟੇਬਲ ਦੀ ਜਗ੍ਹਾ ICU ਬੈੱਡ ਤੇ ਕਰਦੇ ਹਾਂ, ਔਰ ਸੇਮ ਟੂ ਸੇਮ ਹਰ ਚੀਜ਼, ਉਹੀ ਵੈਂਟੀਲੇਟਰ ਉੱਥੇ ਚੱਲਦਾ ਹੁੰਦਾ, ਉਹੀ ਵੈਂਟੀਲੇਟਰ ਉੱਥੇ ਹੈ, ਉਹੀ ਮੋਨੀਟਰਸ ਉੱਥੇ, ਉਹੀ ਮੋਨੀਟਰਸ ਉੱਥੇ ਹੈ। ਉੱਥੇ ਵੀ ਸਾਡਾ ਉਪਰਾਲਾ ਇਹ ਹੁੰਦਾ ਕਿ ਜੇ ਪੇਸ਼ੈਂਟ ਨੂੰ ਅਸੀਂ ਐਨੈਸਥੀਸੀਆ ਦਿੱਤਾ ਔਰ ਬੇਹੋਸ਼ ਕੀਤਾ ਤਾਂ ਉਸ ਤੋਂ ਬਾਅਦ 3 ਘੰਟੇ ਬਾਅਦ ਉਠਾਉਣਾ ਸਾਡੀ ਜ਼ਿੰਮੇਵਾਰੀ ਹੈ। ਇਸ ਤਰ੍ਹਾਂ ਹੀ ਅਸੀਂ ICU 'ਚ ਵੀ ਜਿਹੜਾ ਵੀ ਪੇਸ਼ੈਂਟ ਸਿੱਕ ਆਉਂਦਾ ਹੈ, ਅਸੀਂ ਇਹੀ ਮਨ 'ਚ ਸੋਚਦੇ ਹਾਂ ਕਿ ਜਦੋਂ ਵੀ 3 ਦਿਨ ਬਾਅਦ, 4 ਦਿਨ ਬਾਅਦ ਇਹਨੂੰ ਹੋਸ਼ ਆਏਗਾ ਜਾਂ ਇਹ ਠੀਕ ਹੋਏਗਾ, ਦੇ ਵਾਈਟਲਸ ਠੀਕ ਹੋ ਜਾਣਗੇ, ਇਹਨੂੰ ਉਠਾਉਣਾ ਸਾਡੀ ਜ਼ਿੰਮੇਵਾਰੀ ਹੈ। ਇਸ ਤਰ੍ਹਾਂ ਅਸੀਂ ਪੇਸ਼ੈਂਟਸ ਨੂੰ ਬਚਾਉਣ 'ਚ ਕਾਮਯਾਬ ਹੁੰਦੇ। ਡਾਕਟਰ ਸਾਹਿਬ, ਐਨੈਸਥੀਸੀਆ ਸੁਣ ਕੇ ਆਉਂਦਾ ਸੀ ਲੋਕਾਂ ਦੇ ਦਿਮਾਗ 'ਚ ਆ ਜਾਂਦਾ ਵੀ ਬੇਹੋਸ਼ੀ ਵਾਲੇ ਡਾਕਟਰ, ਵੀ ਕਿਆ ਹੁਣ ਵਾਕਈ ਸਿਰਫ ਇੱਕੋ ਹੀ ਫੀਲਡ ਹੈ ਬੇਹੋਸ਼ੀ ਵਾਲੇ ਡਾਕਟਰ, ਜਾਂ ਬਹੁਤ ਸਾਰੇ ਪੋਇਜ਼ਨਿੰਗ ਕੇਸ, ਜਾਂ ਇਹਦੀ ਇਮੇਜ ਹੁਣ ਬਦਲ ਗਈ ਹੈ? ਇਮੇਜ ਬਦਲਣ 'ਚ ਸਾਡੇ ਫਰੈਂਡ, ਸਾਡੇ ਸਾਥੀਆਂ ਦਾ, ਸਾਰਿਆਂ ਦਾ ਅਸੀਂ ਇਕੱਠੇ ਰਲ ਕੇ ਇਹਦੇ ਕੁਝ ਇਮੇਜ ਬਦਲੀ। ਬਿਕੋਜ਼ ਇਹਦੇ 'ਚ ਇੰਨੇ ਡਿਪਾਰਟਮੈਂਟਸ ਅਸੀਂ ਲਿਆਂਦੇ, ਅਸੀਂ ਪੇਨ ਕਲੀਨਿਕ ਸਟਾਰਟ ਕੀਤੇ, ਜਿਹੜਾ ਕਿ ਪੇਨ ਦਾ ਪੇਸ਼ੈਂਟ ਆਰਥੋਪੈਡਿਸ਼ੀਅਨਸ ਕੋਲ, ਨਿਊਰੋਲੋਜਿਸਟ ਕੋਲ, ਜਨਰਲ ਫਿਜ਼ੀਸ਼ੀਅਨ ਕੋਲ ਨਹੀਂ ਠੀਕ ਹੁੰਦਾ, ਉਹ ਪੇਸ਼ੈਂਟ ਸਾਨੂੰ ਭੇਜਦੇ ਹੈ ਕਿ ਡਾਕਟਰ ਸਾਹਿਬ ਇਹਨੂੰ ਕੋਈ ਐਨਲਜੈਸਿਕ ਜਾਂ ਕੋਈ ਵੀ ਦਵਾਈ ਕਾਮਯਾਬ ਨਹੀਂ ਹੈ, ਤੇ ਇਹਨੂੰ ਇੰਨੀ ਜ਼ਿਆਦਾ ਪੇਨ ਹੈ ਕਿ ਹੀ ਵਾਂਟਸ ਟੂ ਡੂ ਸੁਸਾਈਡ ਕਰਨਾ ਚਾਹੁੰਦਾ, ਇੰਨੀ ਪੇਨ ਹੈ। ਕਈਆਂ ਦੇ ਫੇਸ ਤੇ ਪੇਨ ਹੁੰਦੀ ਇੰਨੀ ਜ਼ਿਆਦਾ, ਯੂ ਕੈਨ ਨਾਟ ਇਮੈਜਿਨ ਕਿ ਇੰਨੀ ਪੇਨ ਹੁੰਦੀ ਹੈ ਕਿ ਪੇਸ਼ੈਂਟ ਆਪਣੇ ਆਪ ਨੂੰ ਕਿਲ ਕਰਨਾ ਚਾਹੁੰਦਾ ਹੈ ਕਿ ਜਿੰਨੇ ਤੱਕ ਮੇਰੀ ਫੇਸ ਦੀ ਪੇਨ ਨਹੀਂ ਠੀਕ ਹੁੰਦੀ। ਔਰ ਤੁਹਾਨੂੰ ਹੈਰਾਨੀ ਹੋਏਗੀ ਸੁਣ ਕੇ ਕਿ ਅਸੀਂ 2 ਜਾਂ 3 ਇੰਜੈਕਸ਼ਨ ਅਗਰ ਉਹਦੇ ਫੇਸ ਤੇ ਲਗਾਉਂਦੇ ਹਾਂ, ਉਹ ਪੇਸ਼ੈਂਟ ਸਾਰੀ ਉਮਰ ਲਈ ਪੇਸ਼ੈਂਟ ਠੀਕ ਹੋ ਜਾਂਦਾ ਹੈ, ਔਰ ਇੰਨਾ ਅੱਛਾ ਤੁਹਾਡਾ ਪੇਸ਼ੈਂਟ ਬਣ ਜਾਂਦਾ ਹੈ ਕਿ ਤੁਹਾਨੂੰ ਦੁਆਵਾਂ ਦਿੰਦਾ ਹੈ ਕਿ ਯਾਰ ਕੀ ਕੀਤਾ ਕੀ ਤੁਸੀਂ। ਔਰ ਉਹ ਵੀ ਸਿਰਫ 2, 4, 5 ਹਜ਼ਾਰ ਰੁਪਏ ਦੇ ਟਰੀਟਮੈਂਟ ਨਾਲ ਉਹ ਪੇਸ਼ੈਂਟ ਸਾਰੀ ਉਮਰ ਲਈ ਠੀਕ ਹੋ ਜਾਂਦਾ, ਜਿਹੜਾ ਕਿ ਪਹਿਲੇ 30 ਗੋਲੀਆਂ ਰੋਜ਼ ਦੀਆਂ ਖਾ ਕੇ ਵੀ ਠੀਕ ਨਹੀਂ ਹੁੰਦਾ ਸੀ। ਉਹ ਸਿਰਫ ਨਰਵ ਬਲੌਕ ਕਰਨ ਨਾਲ ਉਹ ਪੇਸ਼ੈਂਟ ਠੀਕ ਹੁੰਦਾ। ਇਸ ਤਰ੍ਹਾਂ ਹੀ ਪਿੱਠ ਦੀ ਦਰਦ, ਗੋਡਿਆਂ ਦੀ ਦਰਦ, ਕਈ ਤਰ੍ਹਾਂ ਦੇ ਦਰਦ, ਮੈਂ ਬਿਲਕੁਲ ਨਹੀਂ ਕਹਿ ਰਿਹਾ ਕਿ ਇਹ ਸਰਜਰੀ ਜਿਹਨੂੰ ਲੋੜ ਹੈ ਉਹਨੂੰ ਤਾਂ ਸਰਜਰੀ ਕਰਨੀ ਹੋਈ ਕਰਨੀ ਹੈ, ਲੇਕਿਨ ਜਿਹਨੂੰ ਸਰਜੀਕਲ ਨਾਲ ਵੀ ਲੱਗਦਾ ਹੈ, ਸਰਜਨ ਕਹਿੰਦੇ ਇਹਨੂੰ ਸਰਜਰੀ ਨਾਲ ਵੀ ਫਰਕ ਨਹੀਂ ਪੈਣਾ ਜਾਂ ਇਹਦੀ ਸਰਜਰੀ ਕੋਈ ਹੋ ਹੀ ਨਹੀਂ ਸਕਦੀ, ਉਹਨੂੰ ਅਸੀਂ ਪੇਨ ਕਲੀਨਿਕ 'ਚ ਨਰਵ ਬਲੌਕਸ ਲਗਾ ਕੇ, ਇੰਨੀ ਤਰ੍ਹਾਂ ਦੇ ਨਰਵ ਬਲੌਕਸ ਅੱਜ ਕੱਲ੍ਹ ਆ ਗਏ ਹੈ, ਈਵਨ ਵੀਡੀਓਗ੍ਰਾਫੀ ਨਾਲ ਨਰਵ ਬਲੌਕਸ, ਅਲਟਰਾਸਾਊਂਡ ਗਾਈਡਡ ਨਰਵ ਬਲੌਕਸ, CT ਸਕੈਨ ਗਾਈਡਡ ਨਰਵ ਬਲੌਕਸ, ਇੰਨੇ ਨਰਵ ਬਲੌਕਸ ਆ ਗਏ ਹੈ ਕਿ ਤੁਸੀਂ ਨਰਵ ਬਲੌਕ ਲਗਾ ਕੇ ਪੇਸ਼ੈਂਟ ਨੂੰ ਐਟਲੀਸਟ ਚੰਗੀ ਜ਼ਿੰਦਗੀ ਦੇ ਸਕਦੇ ਹੋ ਕਿ ਹੁਣ ਤੋਂ ਨਰਵ ਪੇਨ ਤੋਂ ਹਟ ਗਿਆ। ਠੀਕ ਹੈ, ਉਹਦੇ ਪਿੱਛੇ ਜਿਹੜੀ ਬਿਮਾਰੀ ਪਈ ਹੈ ਸਮਟਾਈਮਸ ਉਹ ਐਗਜ਼ਿਸਟ ਕਰਦੀ ਰਹਿੰਦੀ ਹੈ, ਲੇਕਿਨ
ਪੇਸ਼ੈਂਟ ਨੂੰ ਪੇਨ ਫ੍ਰੀ ਕਰਨਾ ਵੀ ਸਾਡੀ ਡਿਊਟੀ ਡਾਕਟਰਸ ਦੀ। ਅੱਛਾ ਡਾਕਟਰ ਸਾਹਿਬ, ਇਹਦੇ ਤੇ ਮੈਂ ਥੋੜਾ ਚਾਹਾਂਗਾ ਥੋੜਾ ਐਕਸਪਲੇਨ ਕਰ ਦਿਓ ਵੀ ਜਦੋਂ ਤੁਸੀਂ ਇਹ ਪੇਨ ਫ੍ਰੀ ਜਾਂ ਪੇਨ ਕਲੀਨਿੰਗ ਦੀ ਤੁਸੀਂ ਗੱਲ ਕੀਤੀ ਹੈ, ਮੰਨ ਲਓ ਕਿਸੇ ਨੂੰ ਕੋਈ L4 L5 'ਚ ਪ੍ਰੋਬਲਮ ਹੈ, ਦਰਦ ਹੈ ਕਿਸੇ ਦੇ ਬੈਕ 'ਚ, ਤੇ ਉਹਨੂੰ ਫਿਰ ਰੈਗੂਲਰ ਆਉਣਾ ਪੈਂਦਾ ਜਾਂ ਵਨ ਟਾਈਮ ਤੁਸੀਂ ਉਹਨੂੰ ਬਿਲਕੁਲ ਰੈਗੂਲਰ ਨਹੀਂ ਆਉਣਾ ਪੈਂਦਾ ਉਹਨਾਂ ਨੂੰ। ਅਸੀਂ ਪਹਿਲੇ ਉਹਨਾਂ ਦੀ MRI ਕਰਾ ਕੇ ਉਹਦੀ ਡਾਇਗਨੋਸ ਕਰਦੇ ਹਾਂ ਕਿ ਇਹਨੂੰ ਪ੍ਰੋਬਲਮ ਕਿੱਥੇ ਹੈ। ਜਦੋਂ ਸਾਨੂੰ ਪ੍ਰੋਬਲਮ ਲੱਭ ਜਾਂਦੀ ਹੈ ਫਿਰ ਅਸੀਂ ਦੋ 'ਚ ਡਿਵਾਈਡ ਕਰ ਲੈਂਦੇ ਹਾਂ, ਇਹ ਸਰਜੀਕਲ ਹੈ ਕਿ ਨਾਨ ਸਰਜੀਕਲ ਹੈ। ਅਗਰ ਉਹ ਸਰਜੀਕਲ ਹੈ ਤੇ ਫਿਰ ਤੇ ਉਹਦੀ ਸਰਜਰੀ ਹੋਣੀ ਹੈ, ਫਿਰ ਨੋਬਡੀ ਕੈਨ ਸੇ ਕਿ ਸਰਜਰੀ ਨਹੀਂ ਹੋਣੀ, ਉਹ ਤੇ ਸਰਜਰੀ ਕਰ ਲੈਂਦੇ ਹਾਂ। ਜਿਹਦਾ ਨਾਨ ਸਰਜੀਕਲ ਹੈ ਔਰ ਪੇਸ਼ੈਂਟ ਨੂੰ ਪੇਨ ਠੀਕ ਨਹੀਂ ਹੋ ਰਹੀ ਔਰ ਪੇਸ਼ੈਂਟ ਨੂੰ ਐਨਰਜੈਸਿਕ, ਸਾਨੂੰ ਇਹ ਵੀ ਪਤਾ ਹੈ ਕਿ ਐਨਰਜੈਸਿਕ ਜ਼ਿਆਦਾ ਦੇਣ ਨਾਲ, ਦਰਦੀਆਂ ਦਵਾਈਆਂ ਦੇਣ ਨਾਲ ਨੈਫਰੋਪੈਥੀ ਹੋ ਜਾਂਦੀ ਹੈ, ਕਿਡਨੀ ਤੇ ਅਸਰ ਹੁੰਦਾ, ਲਿਵਰ ਤੇ ਅਸਰ ਹੁੰਦਾ, ਸਾਰੇ ਅਸਰ ਹੁੰਦੇ ਆ। ਇਸ ਕਰਕੇ ਆਪਾਂ ਦਰਦ ਦੀ ਦਵਾਈ ਬਹੁਤ ਜ਼ਿਆਦਾ ਕੁਆਂਟੀਟੀ ਤੇ ਬਹੁਤ ਜ਼ਿਆਦਾ ਦੇਰ ਨਹੀਂ ਦੇ ਸਕਦੇ। ਉਸ ਪੇਸ਼ੈਂਟਸ ਨੂੰ ਅਸੀਂ, ਸਾਡੇ ਕੋਲ ਬਹੁਤ ਸਾਰੇ ਬਲੌਕ, ਜਿੱਦਾਂ ਤੁਸੀਂ ਗੱਲ ਕੀਤੀ L4-5 ਦੀ, ਅਸੀਂ ਹਰ ਰੋਜ਼ ਆਲਮੋਸਟ ਹਰ ਰੋਜ਼ ਆਪਣੇ ਹਸਪੀਟਲ 'ਚ, ਕਾਰਪੋਰੇਟ ਹਸਪੀਟਲ 'ਚ ਐਪੀਡੁਰਲ ਬਲੌਕਸ ਲਗਾਉਂਦੇ ਹਾਂ। ਉਹਨੂੰ ਐਪੀਡੁਰਲ ਬਲੌਕਸ ਕਹਿੰਦੇ ਆ। ਉਹ 21 ਦਿਨਾਂ ਬਾਅਦ ਲੱਗਦਾ ਹੈ ਔਰ 3 ਐਪੀਡੁਰਲ ਬਲੌਕਸ ਨਾਲ ਪੇਸ਼ੈਂਟ ਬਿਲਕੁਲ ਠੀਕ ਹੋ ਜਾਂਦਾ ਹੈ। ਜੇ ਨਾਨ ਸਰਜੀਕਲ ਪੇਸ਼ੈਂਟ ਹੋਵੇ ਤੇ ਉਹ ਐਪੀਡੁਰਲ ਨਾਲ ਹੀ ਠੀਕ ਹੋ ਜਾਂਦਾ ਹੈ। ਡਾਕਟਰ ਸਾਹਿਬ, ਅੱਜ ਤੁਸੀਂ ਇੱਕ ਸਕਸੈਸਫੁਲ ਡਾਕਟਰ ਜੇ ਕਿਹਾ ਜਾਏ ਤੇ ਕੁਝ ਗਲਤ ਨਹੀਂ ਹੋਏਗਾ, ਇੰਨੀ ਜਰਨੀ ਤੁਸੀਂ ਮਤਲਬ ਕਿੰਨੀ ਸਟਰਗਲ ਕਰਨੀ ਪਈ ਹੈ ਤੁਹਾਨੂੰ? ਸਟਰਗਲ ਕਰਨੀ ਪਈ ਪਿਛਲੇ 25-30 ਸਾਲ ਤੋਂ ਅਸੀਂ ਇਸ ਕੰਮ 'ਚ ਹੈਗੇ ਹਾਂ ਔਰ ਬਹੁਤ ਸਾਰੇ ਪੜਾਵ ਦੇਖੇ, ਬੜੇ ਸਾਰੇ ਹਸਪੀਟਲਸ 'ਚ ਕੰਮ ਕੀਤਾ, ਮੈਡੀਕਲ ਕਾਲਜ ਕੰਮ ਕੀਤਾ, ਬਚਪਨ 'ਚ ਪੜ੍ਹਾਈਆਂ ਕੀਤੀਆਂ। ਲੇਕਿਨ ਹੁਣ ਆ ਕੇ ਸਾਨੂੰ ਲੱਗਦਾ ਹੈ ਕਿ ਇਹ ਜਰਨੀ ਜਿਹੜੀ ਹੈ ਸਟੇਬਲ ਹੋ ਗਈ ਹੈ ਔਰ ਅਸੀਂ ਇਹਨੂੰ ਸਟੇਬਿਲਿਟੀ ਤੱਕ ਲੈ ਆਏ ਹਾਂ। ਮਤਲਬ ਇੱਕ ਜਿਹਨੂੰ ਪਲੇਟਿਊ ਕਹਿੰਦੇ ਆ ਸਾਡੀ ਮੈਡੀਕਲ ਲੈਂਗੁਏਜ 'ਚ, ਅਸੀਂ ਪਲੇਟਿਊ ਤੇ ਬੈਠੇ ਹਾਂ, ਇਹਨੂੰ ਮੇਨਟੇਨ ਕਰਨਾ ਹੈ। ਹੋਰ ਅਸੀਂ ਇਸ ਤੋਂ ਵੱਧ ਜਿਹੜਾ ਹੈ, ਹੁਣ ਜਿਸ ਤਰ੍ਹਾਂ ਨਵੇਂ ਸਾਲ ਤੇ ਮੈਂ ਸਾਰੀ ਪ੍ਰੈਸ ਤੋਂ ਵੀ ਕਿਹਾ ਸੀ, ਸਭ ਨੂੰ ਕਿਹਾ ਸੀ ਕਿ ਕੋਈ, ਉਹਨਾਂ ਨੇ ਮੈਨੂੰ ਪੁੱਛਿਆ ਕੀ ਮੋਟਿਵ ਹੈ ਹੁਣ ਇਸ ਸਾਲ 2023 'ਚ ਕੀ ਕਰਨਾ ਚਾਹੁੰਦੇ ਹੋ? ਜੋ ਤੁਸੀਂ ਅਚੀਵ ਕਰਨਾ ਸੀ ਆਲਮੋਸਟ ਕਰ ਲਿਆ। ਫਿਰ ਵੀ ਮੇਰਾ ਮਨ 'ਚ ਹੈ ਕਿ ਬਿਕੋਜ਼ ਐਂਡ ਤੇ ਕਿਸੇ ਚੀਜ਼ ਦਾ ਨਹੀਂ ਹੁੰਦਾ। ਮੇਰੇ ਕੋਲ CT ਸਕੈਨ ਹੈ ਫॉर द ਲਾਸਟ ਸੋ ਮੈਨੀ ਈਅਰਸ, ਮੇਰੇ ਕੋਲ MRI ਨਹੀਂ ਹੈਗੀ। ਮੈਂ ਸੋਚਦਾ ਮੇਰੇ ਕੋਲ ਬੈਸਟ ਕੁਆਲਿਟੀ MRI ਅਸੀਂ ਲਗਾਉਣੀ ਹੈ। ਸਾਡੇ ਕੋਲ ਰੇਡੀਓਥੈਰੇਪੀ ਯੂਨਿਟ ਨਹੀਂ ਹੈ, ਬੈਸਟ ਕੁਆਲਿਟੀ ਰੇਡੀਓਥੈਰੇਪੀ ਯੂਨਿਟ ਲਗਾਉਣਾ ਹੈ। ਬਲੱਡ ਬੈਂਕ ਸਾਡਾ ਪਾਈਪਲਾਈਨ 'ਚ ਹੈ, ਜਿੰਨੀ ਜਲਦੀ ਹੋ ਸਕੇ, ਬਿਕੋਜ਼ ਜਿੰਨੀ ਵਾਰੀ ਅਸੀਂ ਬਲੱਡ ਬੈਂਕ ਲਗਾਉਣ ਦੀ ਜਿਹੜੀ ਸਪੇਸ ਹਸਪੀਟਲ 'ਚ ਕ੍ਰੀਏਟ ਕੀਤੀ, ਉਨੀ ਵਾਰੀ ਕੋਵਿਡ ਆ ਗਿਆ ਔਰ ਉਹ ਸਾਰੀ ਸਪੇਸ ਕੋਵਿਡ ਪੇਸ਼ੈਂਟਸ ਲੈ ਜਾਂਦੇ ਹੈ। ਔਰ ਹਰ ਵਾਰੀ, ਇਸ ਵਾਰੀ ਕੋਵਿਡ ਅਸੀਂ ਵੀ ਚਾਹੁੰਦੇ ਨਾ ਆਵੇ, ਐਵਰੀਬਡੀ ਚਾਹੁੰਦਾ ਕਿ ਕੋਵਿਡ ਨਾ ਆਵੇ। ਅਗਰ ਕੋਵਿਡ ਨਹੀਂ ਆਉਂਦਾ ਤਾਂ ਅਸੀਂ ਉਸ ਸਪੇਸ ਨੂੰ ਯੂਟਿਲਾਈਜ਼ ਕਰਕੇ ਬਲੱਡ ਬੈਂਕ ਲਗਾਉਂਦੇ ਹਾਂ। ਮਤਲਬ ਕਿਤੇ ਨਾ ਵੀ ਤੁਸੀਂ ਜਦੋਂ ਬਲੱਡ ਬੈਂਕ ਦਾ ਸੋਚਦੇ ਹੋ ਤੇ ਕੋਵਿਡ ਆ ਜਾਂਦਾ ਹੈ। ਬਿਲਕੁਲ ਬਿਲਕੁਲ, ਮੈਂ ਆਪ ਕਹਿ ਰਿਹਾ ਕਿ ਅਸੀਂ 3 ਵਾਰੀ ਬਲੱਡ ਬੈਂਕ ਦਾ ਆਲਮੋਸਟ ਸਾਡੀ ਇਨਸਪੈਕਸ਼ਨ ਡਿਊ ਸੀ, ਉਹ ਕੋਵਿਡ ਆ ਗਿਆ। ਕੋਵਿਡ ਨਾਲ ਉਹ ਪੇਸ਼ੈਂਟਸ ਨੇ 60 ਪੇਸ਼ੈਂਟਸ ਦਾ ਉਹ ਏਰੀਆ ਹੈ ਜਿਹੜਾ ਅਸੀਂ ਬਲੱਡ ਬੈਂਕ ਨੂੰ ਦੇਣਾ ਚਾਹੁੰਦੇ ਹਾਂ, ਉਹ 60 ਪੇਸ਼ੈਂਟਸ ਕੋਵਿਡ ਨਾਲ ਆ ਜਾਂਦੇ ਆ ਤੇ ਉਹ ਬਲੱਡ ਬੈਂਕ ਫਿਰ ਪਿੱਛੇ ਰਹਿ ਜਾਂਦਾ ਹੈ। ਡਾਕਟਰ ਸਾਹਿਬ, ਇੱਕ ਬੜਾ ਆਰੋਪ ਲੱਗਦਾ ਜੀ, ਦੇਖੋ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਵੀ ਟ੍ਰੀਟਮੈਂਟ ਬੜਾ ਮਹਿੰਗਾ ਹੋ ਗਿਆ, ਵੀ ਲੋਕ ਕਹਿੰਦੇ ਵੀ ਜਾਂਦੇ ਡਾਕਟਰ ਬਿੱਲ ਬੜਾ ਬਣਾ ਦਿੰਦੇ ਆ। ਕੋਈ ਸ਼ੱਕ ਨਹੀਂ ਇਹਦੇ 'ਚ ਟ੍ਰੀਟਮੈਂਟ ਮਹਿੰਗਾ ਹੋ ਗਿਆ ਹੈ। ਉਹਦੇ ਪਿੱਛੇ ਅਗਰ ਮੈਂ ਤੁਹਾਨੂੰ ਕਿਸੇ ਦਿਨ ਮੇਰੇ ਨਾਲ 2-4 ਘੰਟੇ ਤੁਸੀਂ ਬੈਠੋ, ਮੈਂ ਤੁਹਾਨੂੰ ਦਿਖਾਵਾਂਗਾ। ਕੋਈ ਵੀ ਡਾਕਟਰ ਜਿਹੜਾ ਕੰਸਲਟੈਂਟ ਹੈ, ਹਰ ਪੇਸ਼ੈਂਟ ਆ ਕੇ ਕਹਿੰਦਾ ਮੈਂ ਸੁਪਰ ਸਪੈਸ਼ਲਿਸਟ ਨੂੰ ਦਿਖਾਣਾ ਹੈ। ਜਿਹਨੂੰ ਸਾਹ ਦੀ ਬਿਮਾਰੀ ਹੈ ਉਹ ਕਹਿੰਦਾ ਮੈਂ ਪਲਮਨੋਲੋਜਿਸਟ ਨੂੰ ਦਿਖਾਣਾ ਹੈ, ਮੈਂ ਮੈਡੀਕਲ ਫਿਜ਼ੀਸ਼ੀਅਨ ਨੂੰ ਨਹੀਂ ਦਿਖਾਣਾ। ਔਰ ਜਿਹਨੂੰ ਜਿਹੜੀ ਵੀ ਬਿਮਾਰੀ ਹੈ, ਜਿਹਨੂੰ ਹੈਡੇਕ ਹੁੰਦੀ ਹੈ, ਉਹ ਕਹਿੰਦਾ ਮੈਂ ਫਿਜ਼ੀਸ਼ੀਅਨ ਨੂੰ ਨਹੀਂ ਦਿਖਾਣਾ ਜੀ, ਮੈਂ ਤੇ ਸਿਰਫ ਨਿਊਰੋ ਸਰਜਨ ਨੂੰ ਦਿਖਾਣਾ ਹੈ, ਨਿਊਰੋ ਫਿਜ਼ੀਸ਼ੀਅਨ ਨੂੰ ਦਿਖਾਣਾ ਹੈ। ਤੇ ਸਾਰੇ ਜਿਹੜੇ ਹੈਗੇ ਆ, ਨਿਊਰੋ ਫਿਜ਼ੀਸ਼ੀਅਨ, ਨਿਊਰੋ ਸਰਜਨ, ਨੈਫਰੋਲੋਜਿਸਟ, ਕਾਰਡੀਓਲੋਜਿਸਟ, ਸਾਰੇ ਬੰਦੇ ਕਿੰਨੀ ਪੇ ਤੇ ਹੈ। ਤੁਸੀਂ ਮੇਰੇ CA ਕੋਲੋਂ ਜਾਂ ਅਕਾਊਂਟੈਂਟਸ ਕੋਲ ਪੁੱਛ ਕੇ ਦੇਖੋ, ਇਹ ਸਾਰੀ ਪੇ ਰੋਲਸ ਤੇ ਹੈਗੇ। ਨਹੀਂ ਡਾਕਟਰ ਸਾਹਿਬ, ਮੈਂ ਸਿਰਫ ਤੁਹਾਡੇ ਪਾਰਟਿਕੂਲਰ ਮੈਂ ਇਨ ਜਨਰਲ ਕਰ ਰਿਹਾ, ਮੈਂ ਨਹੀਂ ਮਤਲਬ ਪਰਸੈਪਸ਼ਨ ਕਿਉਂ ਬਣ ਗਈ? ਦੇਖੋ, ਇਟ ਇਜ਼ ਨਾਟ ਮਾਈ ਹਸਪੀਟਲ ਜਿਹਦੀ ਮੈਂ ਗੱਲ ਕਰ ਰਿਹਾ, ਇਹ ਕਿਸੇ ਵੀ ਹਸਪੀਟਲ ਦੀ ਗੱਲ ਕਰ ਰਿਹਾ। ਮੇਰਾ ਸਵਾਲ ਹੈ, ਦੇਖੋ ਇਸ ਕਰਕੇ ਮੈਂ ਸਵਾਲ ਪੁੱਛਿਆ ਕਿਉਂਕਿ ਪੇਸ਼ੈਂਟ ਡਾਕਟਰ ਦਾ ਰਿਲੇਸ਼ਨਸ਼ਿਪ ਜਿਹੜਾ ਨਾ ਉਹ ਬੜਾ, ਕਿਉਂਕਿ ਇਹ ਬੜਾ ਇੰਪੋਰਟੈਂਟ ਹੈ। ਤੇ ਕਈ ਵਾਰੀ, ਇਹ ਨਹੀਂ ਹਰ ਵਾਰੀ, ਵੀ ਬਹੁਤ ਥੋੜੇ ਚਾਂਸਸ ਹੁੰਦੇ, ਪਰ ਜਿਹਦਾ ਇੱਕ ਵੀ ਚਾਂਸ ਹੁੰਦਾ ਨਾ ਉਹ ਖਰਾਬ ਕਰਦਾ। ਮਤਲਬ ਇਹ ਕਿਉਂ, ਇਹਦੇ ਇਸ ਕਰਕੇ ਇਹ ਸਵਾਲ ਬੜਾ ਇੰਪੋਰਟੈਂਟ ਹੈ ਜੀ। ਪੇਸ਼ੈਂਟਸ ਆਉਣ ਲੱਗਿਆਂ ਗੱਲਾਂ ਹੋਰ ਕਰਦੇ ਆ, ਜਾਣ ਲੱਗਿਆਂ ਥੋੜੀ ਪ੍ਰੋਬਲਮ ਆ ਜਾਂਦੀ ਹੈ, ਸਾਰਿਆਂ ਦੇ ਮਨ ਚ ਆਉਂਦੀ। ਹੋ ਸਕਦਾ ਅਸੀਂ ਵੀ ਕੋਈ ਸਰਕਾਰੀ ਕੰਮ ਕਰਾਉਣਾ ਹੋਵੇ, ਪਹਿਲੇ ਅਸੀਂ ਕੋਈ ਪੈਸੇ ਮਿੱਥੇ ਹੋਣ ਤੇ ਬਾਅਦ ਚੋਂ ਸਾਡੇ ਕੋਲ ਕੋਈ ਜ਼ਿਆਦਾ ਮੰਗ ਲਵੇ, ਗੁੱਸਾ ਤੇ ਤੁਹਾਨੂੰ ਆਉਂਦਾ ਹੀ ਹੈ। ਇਸ ਤਰ੍ਹਾਂ ਹੀ ਪੇਸ਼ੈਂਟਸ ਨੂੰ ਗੁੱਸਾ ਆਉਂਦਾ ਹੈ। ਲੇਕਿਨ ਹਸਪੀਟਲ ਦੀ ਰਨਿੰਗ ਕਾਸਟ ਇੰਨੀ ਜ਼ਿਆਦਾ ਵੱਧ ਗਈ ਹੈ ਬਿਕੋਜ਼ ਆਫ, ਇਹ ਨਹੀਂ ਮੈਂ ਕਹਿ ਰਿਹਾ ਕਿ ਡਾਕਟਰ ਬਹੁਤ ਜ਼ਿਆਦਾ ਪੈਸੇ ਲੈ ਰਹੇ ਹੈ, ਬਿਕੋਜ਼ ਡਾਕਟਰ ਜਿਹੜੇ MCH ਬੰਦਾ, ਜਿਹੜਾ DM ਬੰਦਾ, ਜਿਹਨੇ ਸਾਰੀ ਉਮਰ ਪੜ੍ਹਾਈਆਂ ਕੀਤੀਆਂ, ਉਹਨੇ ਆਪਣੇ ਜਿੰਨੇ ਵੀ ਪੈਸੇ ਫਿਕਸ ਕੀਤੇ, ਉਹਨੇ ਪੈਸੇ ਉਹਨੇ ਲੈਣੇ ਆ, ਚਾਹੇ ਪੇਸ਼ੈਂਟ ਹੋਏ ਨਾ ਹੋਏ, ਘੱਟ ਹੋਏ ਵੱਧ ਹੋਏ, ਉਹਨੇ ਪੈਸੇ ਪਰ ਮੰਥ ਲੈ ਲੈਣੇ। ਨਹੀਂ ਡਾਕਟਰ, ਇਹਦਾ ਇੱਕ ਹੋਰ ਰੀਜ਼ਨ ਜੋ ਮੈਂ ਸਮਝਦਾ ਇਹ ਹੈਗਾ, ਕਿਉਂਕਿ ਦੇਖੋ ਮੈਡੀਕਲ ਫੈਸਿਲਿਟੀਆਂ ਤੇ ਸਰਕਾਰੀ ਵੀ ਪੂਰੀਆਂ ਸਰਕਾਰੀ ਹਸਪਤਾਲਾਂ 'ਚ ਨਹੀਂ ਕਰਾ ਪਾ ਰਹੀ, ਤੇ ਇਕੁਇਪਮੈਂਟ ਇੰਨੇ ਮਹਿੰਗੇ ਹੋ ਗਏ। ਜਿਵੇਂ ਤੁਸੀਂ ਕਿਹਾ, ਮੈਂ ਸੋਚ ਰਿਹਾ ਮੈਂ ਐਡਵਾਂਸਡ MRI ਲਗਾਵਾਂ। ਜਦੋਂ ਤੁਸੀਂ ਐਡਵਾਂਸਡ ਮਸ਼ੀਨਰੀ ਲਿਆਓਗੇ ਤਾਂ ਬੇਸਿਕਲੀ ਕਾਸਟ ਤਾਂ ਕਿਤੇ ਨਿਕਲਣੀ ਹੈ ਨਾ, ਉਹ ਕਿਤੇ ਪੈਣੀ ਹੈ। ਇਸ ਕਰਕੇ ਲੋਕਾਂ ਨੂੰ ਮੈਂ ਮਤਲਬ ਇਹ ਚਾਹੁੰਦਾ ਵੀ ਤੁਸੀਂ ਤੁਹਾਡੇ ਮਾਧਿਅਮ ਰਾਹੀਂ ਵੀ ਲੋਕਾਂ ਨੂੰ ਕਿਆ ਆਪਣਾ ਹੈਲਥ ਇੰਸ਼ੋਰੈਂਸ, ਕਿਉਂਕਿ ਜਿਹੜਾ ਕਿ ਇਗਨੋਰਡ ਹੈ, ਲੋਕ ਉਧਰ ਨਹੀਂ ਜਾਂਦੇ, ਵੀ ਉਧਰ ਜਾਣ ਤੇ ਫਿਰ ਸ਼ਾਇਦ ਇਹ ਵਾਲੀ ਜਿਹੜੀ ਮੁਸ਼ਕਲ ਹੈ ਉਹ ਨਾ ਆਏ। ਬਹੁਤ ਫਰਕ ਪੈ ਜਾਂਦਾ ਅਗਰ ਹੈਲਥ ਇੰਸ਼ੋਰੈਂਸ ਤੁਸੀਂ ਕਰਾਓ। ਸਾਡੇ ਕੋਲ ਕਿੰਨੇ ਸਾਰੇ ਪੇਸ਼ੈਂਟ ਹੈਲਥ ਇੰਸ਼ੋਰੈਂਸ ਹੁੰਦੇ, ਕੋਈ ਪੈਸਾ ਨਹੀਂ ਲੱਗਦਾ, ਨਾਟ ਇਵਨ ਅ ਸਿੰਗਲ ਰੁਪੀ। ਪੇਸ਼ੈਂਟ ਆਉਂਦਾ ਕਿਸੇ ਵੀ ਬਿਮਾਰੀ ਨਾਲ ਆਉਂਦਾ,
ਔਰ 5-7 ਦਿਨਾਂ ਬਾਅਦ ਠੀਕ ਹੋ ਕੇ ਚਲਾ ਜਾਂਦਾ ਔਰ 1 ਰੁਪਿਆ ਨਹੀਂ ਲੱਗਦਾ। ਹਾਂ, ਹੈਲਥ ਇੰਸ਼ੋਰੈਂਸ ਕੁਝ ਚੀਜ਼ਾਂ ਕਵਰ ਨਹੀਂ ਹੁੰਦੀਆਂ, ਜਿਸ ਤਰ੍ਹਾਂ ਪੋਇਜ਼ਨਿੰਗ ਹੈ, ਸੁਇਸਾਈਡਲ ਹੈ, ਹੋਮਿਸਾਈਡਲ ਹੈ, ਇਹ ਚੀਜ਼ਾਂ ਨਹੀਂ ਕਵਰ ਹੁੰਦੀਆਂ, ਹੋਣੀਆਂ ਵੀ ਨਹੀਂ, ਕਦੇ ਵੀ ਨਹੀਂ ਹੋਣੀਆਂ, ਕਿਸੇ ਵੀ ਹੈਲਥ ਇੰਸ਼ੋਰੈਂਸ ਤੇ ਕਵਰ ਨਹੀਂ ਹੁੰਦੀਆਂ। ਅਗਰ ਇਹੋ ਜਿਹਾ ਕੋਈ ਪੇਸ਼ੈਂਟ ਨਾ ਹੋਵੇ ਤੇ ਅਦਰਵਾਈਜ਼ ਆਲਮੋਸਟ ਸਾਰੇ ਪੇਸ਼ੈਂਟ ਹੈਲਥ ਇੰਸ਼ੋਰੈਂਸ ਕਰਾਉਂਦੇ ਹੈ ਔਰ ਕਰਾ ਕੇ ਚਲੇ ਜਾਂਦੇ ਹੈ। ਜਿਹੜੀ ਇਗਨੋਰੈਂਸ ਹੈਗੀ ਹੈ ਕਿ ਜਿਹੜੇ ਪੇਂਡੂ ਪੇਸ਼ੈਂਟਸ ਹੈ ਹਜੇ ਵੀ ਹੈਲਥ ਇੰਸ਼ੋਰੈਂਸ ਨਹੀਂ ਕਰਾ ਰਹੇ, ਮੈਨੂੰ ਲੱਗਦਾ ਕਿਤੇ ਨਾ ਕਿਤੇ ਇਲਿਟਰੇਸੀ ਹੈਗੀ ਹੈ ਜਾਂ ਸਾਡੀ ਕਨਵੇਅੰਸ ਦੀ ਕਨਵੇ ਦੀ ਕਰਨ ਦੀ ਪ੍ਰੋਬਲਮ ਹੈ। ਅਗਰ ਹੈਲਥ ਇੰਸ਼ੋਰੈਂਸ ਵਾਲੇ ਜਿੱਦਾਂ ਜਿੰਨੇ ਵੀ ਹੈਲਥ, ਮੈਂ ਨਾਮ ਨਹੀਂ ਲਵਾਂਗਾ, ਜਿੰਨੇ ਵੀ ਹੈਗੇ, ਅਗਰ ਪਿੰਡਾਂ ਦੇ ਪਿੰਡਾਂ ਜਾ ਕੇ ਉਹਨਾਂ ਨੂੰ ਦੱਸਣ ਕਿ ਸਿਰਫ ਸਾਲ ਦੇ ਇੰਨੇ ਪੈਸੇ ਲੱਗਣੇ ਹੈ, ਫੋਰ ਐਗਜ਼ਾਮਪਲ 5000 ਜਾਂ 8000 ਸਾਲ ਦਾ ਲੱਗਣਾ ਹੈ ਔਰ ਸਾਰੇ ਸਾਲ ਤੁਹਾਡੇ ਪੂਰੇ ਪਰਿਵਾਰ ਦੀ ਟ੍ਰੀਟਮੈਂਟ ਅੱਛੇ ਹਸਪੀਟਲ 'ਚ ਫ੍ਰੀ ਹੋਣੀ ਹੈ, ਤੇ ਉਹ ਮੰਨ ਵੀ ਜਾਣਗੇ। ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇੰਨੀ ਗੱਲ ਪਹੁੰਚਾਈ ਨਹੀਂ ਗਈ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਹੈ। ਡਾਕਟਰ ਸਾਹਿਬ, ਜੇ ਮੌਕਾ ਮਿਲੇ ਤਾਂ ਸ਼ਹਿਰ ਵਾਸਤੇ ਕੀ ਕਰਨਾ ਚਾਹੋਗੇ? ਦੇਖੋ, ਸ਼ਹਿਰ ਵਾਸਤੇ ਅਸੀਂ 2-3 ਪ੍ਰੋਜੈਕਟ ਤੇ ਆਲਰੇਡੀ ਸ਼ਹਿਰ ਵਾਸਤੇ ਲਿੱਤੇ ਹੋਏ ਆ, ਕੁਝ ਚੌਕਸ ਲਿੱਤੇ ਹੋਏ ਆ ਜਿਨ੍ਹਾਂ ਵਾਸਤੇ ਅਸੀਂ ਗ੍ਰੀਨ ਮੇਨਟੇਨ ਕਰੇ ਆ। 에ਅਰਪੋਰਟ ਸੀ ਸਾਰੀ, ਜਿੰਨੀ ਵੀ ਗ੍ਰੀਨਰੀ ਹੈ ਸਾਰੀ ਅਸੀਂ 에ਅਰਪੋਰਟ ਰੋਡ ਦੀ ਜਾਂ ਅੰਦਰ ਦੀ ਸਾਰੀ ਗ੍ਰੀਨਰੀ ਅਸੀਂ ਮੇਨਟੇਨ ਕਰ ਰਹੇ ਆ। ਇਹ ਸਾਰੇ ਸ਼ਹਿਰ ਵਾਸੀਆਂ ਵਾਸਤੇ ਉਪਰਾਲਾ ਹੋ ਰਿਹਾ ਕਿ ਕਿਤੇ ਨਾ ਕਿਤੇ ਇਹ ਨਾ ਹੋਏ ਕਿ ਅਸੀਂ ਆਪਣਾ ਹੀ ਘਰ ਭਰੀਜੇ ਲਈਏ ਜਾਂ ਇਹ ਕੰਮ ਹੋਏ ਤੇ ਸ਼ਹਿਰ ਵਾਸਤੇ ਆਪਾਂ ਕੁਛ ਨਾ ਕਰੀਏ। ਹੋਰ ਵੀ ਜੋ ਮੇਰੇ ਲੇਖੇ ਲੱਗਣਗੇ ਜਾਂ ਮੇਰੇ ਪ੍ਰੋਜੈਕਟ ਕੋਈ ਵੀ ਸਰਕਾਰ ਸਾਨੂੰ ਕਹੇਗੀ ਟਾਈਮ ਟੂ ਟਾਈਮ ਅਸੀਂ ਉਹ ਕਰਾਂਗੇ। ਡਾਕਟਰ ਸਾਹਿਬ, ਤੁਸੀਂ ਡਾਕਟਰ ਤੇ ਹੋ, ਤੁਸੀਂ ਐਕਟਰ ਵੀ ਹੋ। ਤੁਸੀਂ ਇੱਕ ਪਿਕਚਰ 'ਚ ਮੈਂ ਦੇਖਿਆ ਸੀ, ਤੁਸੀਂ ਰੋਲ ਪਲੇ ਕੀਤਾ ਸੀਗਾ, ਵੀ ਉਹ ਇਨਸੀਡੈਂਟਲੀ ਹੋ ਗਿਆ ਜਾਂ ਵਾਕਈ ਸ਼ੌਕ ਸੀਗਾ ਤੁਹਾਨੂੰ? ਨਹੀਂ, ਉਹ ਇਨਸੀਡੈਂਟ ਬੀਨੂ ਢਿੱਲੋਂ ਜੀ ਸਾਡੇ ਦੋਸਤ ਹੈਗੇ ਸੀ ਤੇ ਬੀਨੂ ਢਿੱਲੋਂ ਨੇ ਸਾਨੂੰ ਕਿਹਾ, ਇਟ ਵਾਸ ਨਾਟ ਅ ਰਿਕੁਐਸਟ, ਉਹਨੇ ਕਿਹਾ ਕਿ ਡਾਕਟਰ ਸਾਹਿਬ ਤੁਸੀਂ ਕਰ ਸਕਦੇ ਹੋ, ਇਹ ਰੋਲ ਛੋਟਾ ਜਿਹਾ ਰੋਲ ਹੈ, ਮੇਰੀ ਪਿਕਚਰ ਹੈ ਟੌਰ ਮਿੱਤਰਾਂ ਦੀ, ਅਗਰ ਤੁਸੀਂ ਕਰ ਲਓ। ਤੇ ਮੈਂ ਇਮੀਡੀਏਟਲੀ ਯੈਸ ਕਰਤੀ ਕਿ ਠੀਕ ਹੈ ਜੀ ਮੈਂ ਕਰਾਂਗਾ। ਉਹਨਾਂ ਨੇ ਸਾਨੂੰ ਲਾਈਨਸ ਦੱਸੀਆਂ, ਅਸੀਂ ਉਹ ਲਾਈਨ ਬੋਲਤੀਆਂ, ਉਹ ਪਿਕਚਰ ਚੱਲ ਗਈਆਂ ਤੇ ਇਟ ਵਾਸ ਗੁੱਡ। ਤੇ ਡਾਕਟਰ ਸਾਹਿਬ, ਹੁਣ ਕਦੀ ਮੌਕਾ ਮਿਲੇ ਤੇ ਦੁਬਾਰਾ ਪਿਕਚਰ 'ਚ ਕੰਮ ਕਰਨਾ ਚਾਹੋਗੇ? ਨਹੀਂ, ਇਸ ਤਰ੍ਹਾਂ ਦੇ ਮੌਕੇ ਰੋਜ਼ ਤੇ ਮਿਲਦੇ ਨਹੀਂ। ਅਗਰ ਕੋਈ ਮੌਕਾ ਮਿਲੇਗਾ ਤੇ ਅਸੀਂ ਡੈਫੀਨੇਟਲੀ ਅਸੀਂ ਤੇ ਕਰ ਹੀ ਲੈਣਾ। ਕੋਈ ਡਾਕਟਰ ਸਾਹਿਬ, ਕੋਈ ਅਪੀਲ ਕਰਨੀ ਚਾਹੋ ਸ਼ਹਿਰ ਵਾਸੀਆਂ ਨੂੰ? ਸ਼ਹਿਰ ਵਾਸੀਆਂ ਨੂੰ ਕੋਵਿਡ ਦੇ ਮਾਮਲੇ 'ਚ ਇੱਕੋ ਹੀ ਅਪੀਲ ਹੈ ਮੇਰੇ ਵੱਲੋਂ ਹੱਥ ਜੋੜ ਕੇ ਕਿ ਤੁਸੀਂ ਸਾਰੇ ਹਜੇ ਵੀ ਆਪਣੇ ਮਨ 'ਚ ਬਣਾ ਕੇ ਰੱਖੋ। ਮੈਂ ਨਹੀਂ ਕਹਿ ਰਿਹਾ ਕਿ ਡਰੋ, ਲੇਕਿਨ ਮਨ 'ਚ ਬਣਾ ਰੱਖੇ ਰੱਖੋ ਕਿ ਕੋਡ ਜਿਹੜਾ ਹੈਗਾ ਕੋਵਿਡ ਦਾ ਦੁਬਾਰਾ ਨਾ ਆਵੇ। ਅਸੀਂ ਵੀ ਇਹ ਅਪੀਲ ਕਰਦੇ ਹਾਂ, ਚਾਹੇ ਇਹ ਹਸਪੀਟਲ ਵਾਲਿਆਂ, ਫਿਰ ਵੀ ਅਸੀਂ ਅਪੀਲ ਕਰਦੇ ਹਾਂ ਕਿ ਕੋਵਿਡ ਦੁਬਾਰਾ ਨਾ ਆਏ, ਬਿਕੋਜ਼ ਜ਼ਿੰਦਗੀ ਸਾਰਿਆਂ ਦੀ ਖਰਾਬ ਹੋ ਗਈ ਸੀ, ਚਾਹੇ ਉਹ ਪ੍ਰੈਸ ਵਾਲਾ ਹੈ, ਚਾਹੇ ਉਹ ਹਸਪੀਟਲ ਵਾਲਾ ਹੈ, ਚਾਹੇ ਕੋਈ ਵੀ ਹੈ। ਇੱਕ ਵਾਰੀ ਤੇ ਕੰਮ ਬੜਾ ਖਰਾਬ ਹੋ ਗਿਆ ਸੀ, ਉਹ ਦੁਬਾਰਾ ਅਸੀਂ ਨਹੀਂ ਚਾਹੁੰਦੇ ਕਿ ਉਹ ਕੰਮ ਖਰਾਬ ਹੋਵੇ। ਇਹਦੇ 'ਚ ਮੈਂ ਇਕੱਲਾ ਕੋਈ ਉਪਰਾਲਾ ਨਹੀਂ ਕਰ ਸਕਦਾ, ਭੰਡਾਰੀ ਸਾਹਿਬ ਨਹੀਂ ਕਰ ਸਕਦੇ, ਲੇਕਿਨ ਸਾਰੇ ਅਗਰ ਰਲ ਕੇ ਕਰਾਂਗੇ ਤੇ ਮੇਰਾ ਖਿਆਲ ਹੈ ਅੰਮ੍ਰਿਤਸਰ ਨੂੰ ਬਚਾ ਪਾਵਾਂਗੇ ਅਸੀਂ। ਧੰਨਵਾਦ। ਸਾਡੇ ਨਾਲ ਗੱਲ ਕਰਨੀ ਇਸ ਡਾਕਟਰ ਜਤਿੰਦਰ ਮਲਹੋਤਰਾ, ਕਾਰਪੋਰੇਟ ਹਸਪੀਟਲ ਇਹਨਾਂ ਦਾ ਆਪਣਾ ਹੈ, ਐਮਡੀ ਨੇ ਉਹਦੇ ਬਟਾਲਾ ਰੋਡ ਤੇ ਇੱਕ ਛੋਟੇ ਜਿਹੇ ਪਹਿਲੇ ਕਿਤੇ ਨੌਕਰੀ ਕਰਦੇ ਸੀਗੇ, ਬਹੁਤ ਸੰਘਰਸ਼ ਤੋਂ ਬਾਅਦ ਇੱਥੇ ਤੱਕ ਪਹੁੰਚੇ ਨੇ ਤੇ ਸ਼ਹਿਰ ਵਾਸਤੇ ਇਹਨਾਂ ਦੀ ਵੀ ਬਹੁਤ ਸਾਰੀ ਦੇਣ ਹੈ। ਵੀ ਐਸੇ ਮਰੀਜ਼ਾਂ ਦਾ ਵੀ ਡਾਕਟਰ ਸਾਹਿਬ, ਮੈਂ ਇੱਕ ਸਵਾਲ ਪੁੱਛਣਾ ਭੁੱਲ ਗਿਆ, ਜੇ ਕੋਈ ਐਸਾ ਪੇਸ਼ੈਂਟ ਆ ਜਾਏ ਜਿਹਦੇ ਕੋਲ ਕਹਿੰਦਾ ਮੇਰੇ ਕੋਲ ਕੁਝ ਨਹੀਂ ਗਾ ਯਾਰ, ਤੇ ਫਿਰ ਉਹਦੀ ਕੁਝ ਮਦਦ ਹੁੰਦੀ ਹੈ? ਉਹਦੇ ਵਾਸਤੇ ਹੁੰਦੀ ਹੈ। ਉਹਦੇ ਵਾਸਤੇ ਸਰਕਾਰ ਨੇ ਕੁਝ ਆਯੁਸ਼ਮਾਨ ਸਕੀਮ ਸ਼ੁਰੂ ਕੀਤੀ ਸੀ ਜਿਹੜੇ ਕਿ ਆਲਮੋਸਟ ਐਜ਼ ਗੁੱਡ ਐਜ਼ ਫ੍ਰੀ ਸੀ, ਕਾਰਡ ਵੀ ਫ੍ਰੀ ਬੰਦਾ, ਸਭ ਕੁਝ ਫ੍ਰੀ ਸੀ। ਉਹ ਕੁਝ ਹਸਪੀਟਲ ਜਾਂ ਕੁਝ ਸਰਕਾਰ ਵੱਲੋਂ ਜਾਂ ਕੁਝ ਐਸੀ ਮਿਸਅੰਡਰਸਟੈਂਡਿੰਗ ਹੋ ਗਈ ਕਿ ਉਹ ਅੱਜ ਕੱਲ੍ਹ ਪ੍ਰੋਪਰਲੀ ਚੱਲ ਨਹੀਂ ਰਹੀ, ਲੇਕਿਨ ਮੈਨੂੰ ਲੱਗਦਾ ਕਿ ਬਹੁਤ ਵੱਡਾ ਉਪਰਾਲਾ ਸੀ ਜਿਹਦੇ ਵਿੱਚ ਉਹ ਪੇਸ਼ੈਂਟਸ ਨੂੰ ਫ੍ਰੀ ਚਲਾ ਜਾਂਦਾ ਸੀ। ਹੁਣ ਵੀ ਅਸੀਂ ਕੁਝ ਪੇਸ਼ੈਂਟ ਸਾਡੇ ਅਸੀਂ ਫ੍ਰੀ ਕਰਦੇ ਹਾਂ, ਪਰ ਮੰਥ ਅਸੀਂ 5-7 ਪੇਸ਼ੈਂਟ ਨੂੰ ਫ੍ਰੀ ਕਰਨਾ ਹੁੰਦਾ ਹੈ। ਉਹ ਕਦੇ ਵੀ ਤੁਸੀਂ ਅਜਮਾ ਕੇ ਦੇਖ ਲੈਣਾ, ਅਸੀਂ ਉਹ ਫ੍ਰੀ ਕਰਾਂਗੇ। ਧੰਨਵਾਦ। ਇਸ ਹਨ ਡਾਕਟਰ ਜਤਿੰਦਰ ਮਲਹੋਤਰਾ। ਦੇਖੋ, ਅਨਸਥੀਸੀਆ ਉਦੋਂ ਬ੍ਰਾਂਚ ਕੀਤੀ ਸੀ ਜਦੋਂ ਅਨਸਥੀਸੀਆ ਯਾਨੀ ਕਿ ਸਿਰਫ ਇਹ ਸਮਝਿਆ ਜਾਂਦਾ ਸੀ ਇਹ ਸਿਰਫ ਬੇਹੋਸ਼ ਕਰਨ ਵਾਲੇ ਡਾਕਟਰ ਹੁੰਦੇ ਨੇ, ਪਰ ਜਿਸ ਤਰ੍ਹਾਂ ਸਮਾਂ ਬਦਲਿਆ, ਤੁਹਾਨੂੰ ਇਹ ਵੀ ਦੱਸ ਦਈਏ, ਜਦੋਂ ਵੀ ਕਿਸੇ ਮਰੀਜ਼ ਦਾ ਆਪਰੇਸ਼ਨ ਹੁੰਦਾ ਹੈ ਤੇ ਉਹਦੀ ਜਾਨ, ਭਲੇ ਹੀ ਆਪਰੇਸ਼ਨ ਤਾਂ ਡਾਕਟਰ ਕਰ ਰਿਹਾ ਹੁੰਦਾ, ਉਹਦੀ ਜਾਨ ਅਨਸਥੀਸੀਆ ਵਾਲੇ ਡਾਕਟਰ ਦੇ ਹੱਥ ਹੁੰਦੀ ਹੈ। ਇਹ ਸਾਡੇ ਵਿਸ਼ੇਸ਼ ਪ੍ਰੋਗਰਾਮ ਸੀਗਾ ਸ਼ਖਸੀਅਤ, ਜਿਹਦੇ 'ਚ ਤੁਹਾਡੀ ਅੱਜ ਮੁਲਾਕਾਤ ਅਸੀਂ ਡਾਕਟਰ ਜਤਿੰਦਰ ਮਲਹੋਤਰਾ ਨਾਲ ਕਰਾਈਏ। ਇਸ ਤਰ੍ਹਾਂ ਹੀ ਤੁਹਾਡੇ ਨਾਲ ਅਸੀਂ ਹਮੇਸ਼ਾ ਹੀ ਰੂਬਰੂ ਹੁੰਦੇ ਰਹਾਂਗੇ। ਸਾਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ। ਨਮਸਕਾਰ।